हाँ जी प्यारे बच्चों, स्वागत है सरकारी सीनियर सैकेंडरी स्कूल करमगढ़ ਦੀ ਸਮਾਜਿਕ ਸਿੱਖਿਆ ਦੀ ਜਮਾਤ ਦੇ ਵਿੱਚ। ਬੇਟਾ ਅੱਜ ਅਸੀਂ 6ਵੀਂ ਜਮਾਤ ਦਾ ਪਾਠ 12ਵਾਂ ਪੜਾਂਗੇ। ਪਾਠ ਦਾ ਨਾਮ ਹੈਗਾ ਭਾਰਤ 600 ਈਸਵੀ ਪੂਰਬ ਤੋਂ 400 ਈਸਵੀ ਪੂਰਬ ਤੱਕ। मतलब कि 600 ਈਸਵੀ ਪੂਰਬ ਤੋਂ ਭਾਰਤ 400 ਈਸਵੀ ਪੂਰਬ ਤੱਕ ਕਿਵੇਂ ਦਾ ਸੀਗਾ, ਕਿਵੇਂ ਦੇ ਸਮਾਜਿਕ ਆਰਥਿਕ ਰਾਜਨੀਤਿਕ ਹਾਲਾਤ ਸੀ, ਉਹਦੇ ਬਾਰੇ ਪੜਾਂਗੇ ਅਸੀਂ। ਉੱਤਰੀ ਭਾਰਤ ਵਿੱਚ ਰਾਜੇ 600 ਈਸਵੀ ਪੂਰਬ ਦੇ ਲਗਭਗ ਕਈ ਗਣਰਾਜਾਂ ਤੇ ਰਾਜਤੰਤਰ ਰਾਜਾਂ ਦੀ ਸਥਾਪਨਾ ਹੋਈ ਸੀ, ਜਿਹਦੇ ਨਾਲ ਭਾਰਤੀ ਇਤਿਹਾਸ ਦੇ ਇੱਕ ਮਹੱਤਵਪੂਰਨ ਯੁੱਗ ਦਾ ਆਰੰਭ ਹੋਇਆ ਸੀਗਾ। ਇਹਨਾਂ ਵਿੱਚੋਂ ਜਿਹੜੇ ਜ਼ਿਆਦਾ ਤਾਕਤਵਰ ਰਾਜ ਸੀਗੇ ਉਹਨਾਂ ਨੂੰ ਮਹਾਜਨਪਦ ਦਾ ਨਾਂ ਦਿੱਤਾ ਜਾਂਦਾ ਸੀਗਾ। ਮਹਾਜਨਪਦ ਜਾਂ ਜਨਪਦ ਕੀ ਸੀਗੇ? ਬੌਧ ਅਤੇ ਜੈਨ ਸਾਹਿਤ ਵਿੱਚ ਇਹਨਾਂ ਦੀ ਗਿਣਤੀ ਹੈ ਜਿਹੜੀ 16 ਦੱਸੀ ਗਈ ਹੈ, ਇਸ ਲਈ ਇਹਨਾਂ ਨੂੰ 16 ਜਨਪਦ ਜਾਂ 16 ਜਨਪਦ ਦਾ ਨਾਂ ਦਿੱਤਾ ਗਿਆ। ਇਹਨਾਂ ਵਿੱਚੋਂ ਕਾਸੀ, ਕੌਸ਼ਲ, ਅੰਗ, ਵਤਸ, ਅਵੰਤੀ ਅਤੇ ਮਗਧ ਨੇ ਜਿਹੜੇ ਉਹ ਜ਼ਿਆਦਾ ਮਹੱਤਵਪੂਰਨ ਮਹਾਜਨਪਦ ਸੀਗੇ। ਇਹਨਾਂ ਦੀਆਂ ਰਾਜਧਾਨੀਆਂ ਸੀਗੀਆਂ ਵਾਰਾਣਸੀ, ਅਯੁੱਧਿਆ ਜਾਂ ਸਕੇਤ, ਚੰਪਾ, ਕੌਸਾਬੀ, ਉਜੈਨ ਅਤੇ ਰਾਜਗ੍ਰਹਿ। ਜਿਹੜੇ ਗਣਰਾਜ ਸੀਗੇ ਉਹਨਾਂ ਵਿੱਚ ਸਭ ਤੋਂ ਜ਼ਿਆਦਾ ਮਹੱਤਵਪੂਰਨ ਸੀ ਉਹ ਮੱਲ ਅਤੇ ਵੰਜੀ ਸੀਗੇ। ਵੰਜੀ ਗਣਰਾਜ ਜਿਹੜਾ ਉਹਦੇ ਵਿੱਚ ਕੁੱਲ 8 ਕੁੱਲ ਸੀਗੇ। ਵੈਸ਼ਾਲੀ ਦੇ ਜਿਹੜੇ ਲੱਛਮੀ ਸੀਗੇ ਉਹ ਵੰਜੀ ਸੰਘ ਦੇ ਮਹੱਤਵਪੂਰਨ ਕੁੱਲ ਸੀ। ਹਾਂਜੀ ਬੇਟਾ, ਇਹਨਾਂ ਮਹਾਜਨਪਦਾਂ ਵਿੱਚੋਂ ਸਭ ਤੋਂ ਜ਼ਿਆਦਾ ਮਹੱਤਵਪੂਰਨ ਸੀ ਉਸ ਸਮੇਂ ਮਗਧ। ਅਸੀਂ ਸਭ ਤੋਂ ਪਹਿਲਾਂ ਮਗਧ ਬਾਰੇ ਗੱਲ ਕਰਦੇ ਹਾਂ। ਮਗਧ ਦਾ ਉਥਾਨ ਹੈ ਜਿਹੜਾ ਉਹ ਕਿਵੇਂ ਹੋਇਆ? ਸਾਰੇ ਜਨਪਦ ਸੀਗੇ ਜਿਹੜੇ ਉਹਨਾਂ ਵਿੱਚੋਂ ਮਗਧ, ਕੌਸਲ, ਵਤਸ ਅਤੇ ਆਵੰਤੀ ਜ਼ਿਆਦਾ ਸ਼ਕਤੀਸ਼ਾਲੀ ਸੀਗੇ। ਮਗਧ ਜਿਸ ਵਿੱਚ ਬਿਹਾਰ ਪ੍ਰਾਂਤ ਦੇ ਗਿਆ ਅਤੇ ਪਟਨਾ ਦੇ ਇਲਾਕੇ ਸ਼ਾਮਲ ਸਨ, ਉਹ ਹਰਿਅੰਕ ਵੰਸ਼। ਮਗਧ ਹੈ ਜਿਹੜਾ ਹਰਿਅੰਕ ਵੰਸ਼ ਦੇ ਰਾਜਾ ਬਿੰਬੀਸਾਰ ਦੇ ਰਾਜ ਕਾਲ ਵਿੱਚ ਸਭ ਤੋਂ ਵਧੇਰੇ ਸ਼ਕਤੀਸ਼ਾਲੀ ਬਣ ਗਿਆ ਸੀਗਾ। ਬਿੰਬੀਸਾਰ ਨੇ 543 ਤੋਂ 492 ਈਸਵੀ ਪੂਰਬ ਤੱਕ ਰਾਜ ਕੀਤਾ। ਉਹ ਮਹਾਤਮਾ ਬੁੱਧ, ਉਸ ਸਮੇਂ ਮਹਾਤਮਾ ਬੁੱਧ ਵੀ ਸੀਗੇ ਨਾ ਧਾਰਮਿਕ ਆਗੂ, ਮਹਾਤਮਾ ਬੁੱਧ ਦੇ ਸਮਕਾਲੀ ਸੀਗੇ। ਉਸ ਦੀ ਜਿਹੜੀ ਰਾਜਧਾਨੀ ਹੈ ਬਿੰਬੀਸਾਰ ਦੀ ਰਾਜਧਾਨੀ ਹੈ ਨਾਲੰਦਾ ਦੇ ਨੇੜੇ ਰਾਜਗ੍ਰਹਿ ਸੀ। ਉਸਦੇ ਪੁੱਤਰ ਸੀ ਅਜਾਤਸ਼ਤਰੂ ਨੇ ਕਾਸ਼ੀ, ਕੌਸ਼ਲ ਅਤੇ ਵੈਸ਼ਾਲੀ ਨੂੰ ਹਰਾ ਕੇ ਆਪਣੇ ਰਾਜ ਦਾ ਵਿਸਤਾਰ ਕੀਤਾ, ਮਤਲਬ ਕਿ ਮਗਧ ਦਾ ਵਿਸਤਾਰ ਕੀਤਾ। ਉਹਨੇ ਆਪਣੀ ਰਾਜਧਾਨੀ ਹੈ ਜਿਹੜੀ ਉਹ ਆਪਣੇ ਪਿਤਾ ਵਾਲੀ ਰਾਜਧਾਨੀ ਤੋਂ ਬਦਲ ਲਈ ਸੀ। ਉਸਨੇ ਆਪਣੀ ਨਵੀਂ ਰਾਜਧਾਨੀ ਪਾਟਲੀਪੁੱਤਰ, ਜਿਹਨੂੰ ਅੱਜ ਕੱਲ੍ਹ ਪਟਨਾ ਕਹਿੰਦੇ ਨੇ, ਉਹ ਬਣਾ ਲਈ ਸੀ। ਉਸ ਸਮੇਂ ਤੋਂ ਮਗਧ ਜਿਹੜਾ ਉਹ ਸਭ ਤੋਂ ਸ਼ਕਤੀਸ਼ਾਲੀ ਰਾਜ। ਹਾਂਜੀ ਬੇਟਾ, ਅਸੀਂ ਹੁਣ ਉਸ ਸਮੇਂ ਦੇ ਰਾਜਨੀਤਿਕ ਜੀਵਨ ਹੈ ਜਿਹੜਾ ਰਾਜਨੀਤਿਕ ਅਤੇ ਸ਼ਾਸਨ ਪ੍ਰਬੰਧ ਹੈ ਉਹ ਕਿਵੇਂ ਦਾ ਸੀ ਉਹਦੇ ਬਾਰੇ ਗੱਲ ਕਰਾਂਗੇ। ਇਸ ਸਮੇਂ ਜਿਹੜੇ ਬਹੁਤ ਸਾਰੇ ਵੱਡੇ ਵੱਡੇ ਸ਼ਹਿਰ ਸੀਗੇ, ਵੱਡੇ ਵੱਡੇ ਸ਼ਹਿਰਾਂ ਦੀ ਸਥਾਪਨਾ ਹੋਈ ਸੀਗੀ, ਜਿਨ੍ਹਾਂ ਨੂੰ ਪੁਰ ਨਗਰ ਜਾਂ ਮਹਾਨਗਰ ਕਿਹਾ ਜਾਂਦਾ ਸੀਗਾ। ਵਾਰਾਣਸੀ, ਰਾਜਗ੍ਰਹਿ, ਵੈਸ਼ਾਲੀ, ਚੰਪਾ, ਤਕਸ਼ਿਲਾ, ਅਯੁੱਧਿਆ, ਮਥੁਰਾ ਅਤੇ ਪਾਟਲੀਪੁੱਤਰ ਇਹਨਾਂ ਵਿੱਚੋਂ ਪ੍ਰਸਿੱਧ ਨਗਰ ਸੀਗੇ। ਇਹਨਾਂ ਸ਼ਹਿਰਾਂ ਦੀ ਸਥਾਪਨਾ ਹੋਣ ਦੇ ਕਾਰਨ ਇਸ ਕਾਲ ਜਿਹੜਾ ਇਹ ਵਾਲਾ ਕਾਲ ਹੈ ਇਹਨੂੰ ਦੂਜਾ ਨਗਰੀਕਰਨ ਕਾਲ ਵੀ ਕਿਹਾ ਜਾਂਦਾ ਹੈ। ਜਿਹੜਾ ਪਹਿਲੀ ਨਗਰੀਕਰਨ ਹੈ ਉਹ ਸਿੰਧੂ ਘਾਟੀ ਦੀ ਸੱਭਿਅਤਾ ਦੇ ਸਮੇਂ ਹੋਇਆ ਸੀਗਾ, ਕਿਉਂਕਿ ਬਹੁਤ ਜ਼ਿਆਦਾ ਵੱਡੇ ਨਗਰ ਬਣੇ ਸੀ, ਵੱਡੇ ਵੱਡੇ ਸ਼ਹਿਰਾਂ ਦੀ ਸਥਾਪਨਾ ਹੋਈ ਸੀ, ਇਸ ਲਈ ਇਸ ਕਾਲ ਨੂੰ ਦੂਜਾ ਨਗਰੀਕਰਨ ਕਾਲ ਵੀ ਕਿਹਾ ਜਾਂਦਾ ਹੈਗਾ। ਇਸ ਦੇ ਨਾਲ ਹੀ ਅਸੀਂ ਉਸ ਸਮੇਂ ਦੇ ਰਾਜਾ ਬਾਰੇ ਗੱਲ ਕਰਾਂਗੇ। ਜਿਹੜਾ ਉਸ ਕਾਲ ਦੇ ਵਿੱਚ ਰਾਜਾ ਸੀਗਾ ਉਹ ਬਹੁਤ ਸ਼ਕਤੀਸ਼ਾਲੀ ਹੁੰਦਾ ਸੀਗਾ। ਉਹ ਲੜਾਈ ਸਮੇਂ ਸੈਨਾ ਦਾ ਮੁਖੀ ਸੀ, ਸੈਨਾ ਦੀ ਅਗਵਾਈ ਕਰਦਾ ਸੀਗਾ, ਰਾਜ ਵਿੱਚ ਟੈਕਸ ਲਗਾਉਂਦਾ ਸੀਗਾ ਅਤੇ ਨਾਲ ਹੀ ਨਿਆਂ ਵੀ ਕਰਦਾ ਸੀਗਾ। ਠੀਕ ਹੈ। ਰਾਜੇ ਦੀ ਹੈਲਪ ਕਰਨ ਲਈ ਉਸ ਸਮੇਂ ਸ਼ਾਸਨ ਪ੍ਰਬੰਧ ਨੂੰ ਚਲਾਉਣ ਲਈ ਰਾਜਾ ਜਿਹੜਾ ਉਹ ਕਈ ਅਧਿਕਾਰੀਆਂ ਦੀ ਸਹਾਇਤਾ ਲੈਂਦਾ ਸੀਗਾ। ਉਸ ਦੀ ਇੱਕ ਮੰਤਰੀ ਪ੍ਰੀਸ਼ਦ ਹੁੰਦੀ ਸੀਗੀ। ਠੀਕ ਹੈ, ਹੈਲਪ ਕਰਨ ਲਈ ਮੰਤਰੀ ਪ੍ਰੀਸ਼ਦ ਹੁੰਦੀ ਸੀਗੀ। ਮੰਤਰੀਆਂ ਨੂੰ ਰਾਜੇ ਅਮਾਤਿਆ ਕਿਹਾ ਜਾਂਦਾ ਸੀਗਾ। ਅਮਾਤਿਆ ਤੋਂ ਬਿਨਾਂ ਹੋਰ ਕੌਣ ਕੌਣ ਸੀਗੇ, ਕਿਹੜੇ ਕਿਹੜੇ ਅਧਿਕਾਰੀ ਹੁੰਦੇ ਸੀ ਜੋ ਰਾਜੇ ਦੀ ਹੈਲਪ ਕਰਦੇ ਸੀਗੇ? ਪ੍ਰੋਹਿਤ ਸੀ ਜੋ ਕਿ ਧਾਰਮਿਕ ਸਲਾਹਕਾਰ ਸੀਗਾ, ਰਾਜੇ ਦਾ ਧਾਰਮਿਕ ਕੰਮਾਂ ਦੇ ਵਿੱਚ ਸਲਾਹ ਦਿੰਦਾ ਸੀਗਾ। ਸੈਨਾਪਤੀ ਸੀ ਜੋ ਸੈਨਾ ਦੀ ਅਗਵਾਈ ਕਰਦਾ ਸੀਗਾ। ਸੰਗ੍ਰਹਿਤ ਸੀਗਾ ਜਿਹੜਾ ਉਹ ਖਜ਼ਾਨਚੀ ਹੁੰਦਾ ਸੀਗਾ।
ਖਜ਼ਾਨੇ ਦਾ ਹਿਸਾਬ ਕਿਤਾਬ ਰੱਖਦਾ ਸੀਗਾ। ਇੱਕ ਸੀਗਾ ਅਧਿਕਾਰੀ ਚੇਰ। ਚੇਰ ਦਾ ਮਤਲਬ ਉਸ ਸਮੇਂ ਦੇ ਜਾਸੂਸ ਜੋ ਜਾਸੂਸੀ ਕਰਦੇ ਸੀਗੇ। ਇੱਕ ਅਧਿਕਾਰੀ ਸੀ ਰਾਜੇ ਗ੍ਰਾਮੀਣੀ। ਗ੍ਰਾਮੀਣੀ ਜਿਹਨੂੰ ਪਿੰਡ ਦਾ ਮੁਖੀਆ ਅੱਜ ਕੱਲ੍ਹ ਅਸੀਂ ਸਰਪੰਚ ਕਹਿ ਦਿੰਦੇ ਹਾਂ, ਪਿੰਡ ਦਾ ਮੁਖੀਆ ਗ੍ਰਾਮੀਣੀ। ਇਹ ਤੋਂ ਬਿਨਾਂ ਹੋਰ ਵੀ ਬਹੁਤ ਸਾਰੇ ਅਧਿਕਾਰੀ ਹੁੰਦੇ ਸੀਗੇ ਜਿਹੜੇ ਰਾਜੇ ਦੀ ਹੈਲਪ ਕਰਦੇ ਸੀਗੇ। ਹਾਂਜੀ ਬੇਟਾ, ਨੈਕਸਟ ਹੈਗਾ ਉਸ ਸਮੇਂ ਦਾ ਸਮਾਜਿਕ ਜੀਵਨ ਹੈ ਜਿਹੜਾ ਉਹ ਲੋਕਾਂ ਦਾ ਕਿਹੋ ਜਿਹਾ ਸੀਗਾ। ਇਸ ਕਾਲ ਵਿੱਚ ਜਿਹੜਾ ਸਮਾਜ ਹੈ ਮੁੱਖ ਤੌਰ 'ਤੇ 4 ਜਾਤਾਂ ਵਿੱਚ ਵੰਡਿਆ ਗਿਆ ਸੀਗਾ, ਜਿਨ੍ਹਾਂ ਵਿੱਚੋਂ ਸੀਗੀਆਂ ਬ੍ਰਾਹਮਣ, ਖੱਤਰੀ, ਵੈਸ਼, ਸ਼ੂਦਰ। ਬ੍ਰਾਹਮਣ ਜੋ ਪੜ੍ਹਨ ਪੜ੍ਹਾਉਣ ਦਾ ਕੰਮ ਕਰਦੇ ਸੀਗੇ, ਖੱਤਰੀ ਜੋ ਯੁੱਧ ਲੜਦੇ ਸੀਗੇ, ਠੀਕ ਹੈ, ਵੈਸ਼ ਜੋ ਖੇਤੀ ਕਰਦੇ ਸੀ, ਵਪਾਰ ਕਰਦੇ ਸੀਗੇ, ਸ਼ੂਦਰ ਜੋ ਕੰਮ ਕਰਦੇ ਸੀਗੇ, ਮਜ਼ਦੂਰੀ ਦਾ ਕੰਮ ਕਰਦੇ ਸੀਗੇ, ਰਾਜਿਆਂ ਦੀ ਸੇਵਾ ਕਰਦੇ ਸੀਗੇ। ਉਸ ਸਮੇਂ ਉਹਨਾਂ ਨੂੰ ਸ਼ੂਦਰ ਕਿਹਾ ਜਾਂਦਾ ਸੀਗਾ। ਇਹਨਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਕਿੱਤੇ ਸੀ, ਜਿਹੜੇ ਹੋਰ ਵੀ ਬਹੁਤ ਸਾਰੀਆਂ ਉਪਜਾਤੀਆਂ ਸੀ, ਜਿਵੇਂ ਤਰਖਾਣ ਹੋ ਗਏ, ਲੁਹਾਰ ਹੋ ਗਏ, ਰਥਕਾਰ ਹੋ ਗਏ, ਸੁਨਿਆਰ ਹੋ ਗਏ, ਘੁਮਿਆਰ, ਤੇਲੀ ਆਦਿ। ਜਾਤੀ ਹੈ ਜਿਹੜੀ ਰਾਜੇ ਉਹ ਜਨਮ 'ਤੇ ਆਧਾਰਿਤ ਹੋ ਗਈ ਸੀਗੀ। ਵੈਦਿਕ ਕਾਲ ਦੇ ਵਿੱਚ ਜਿਹੜੀ ਜਾਤੀ ਆ ਉਹ ਕਿੱਤੇ 'ਤੇ ਆਧਾਰਿਤ ਹੁੰਦੀ ਸੀ, ਮਤਲਬ ਕਿ ਜੋ ਵਿਅਕਤੀ ਜਿਹੜਾ ਕੰਮ ਕਰਦਾ ਸੀ ਉਹਦੀ ਉਹੀ ਜਾਤੀ ਹੁੰਦੀ ਸੀ, ਠੀਕ ਹੈ। ਮੰਨ ਲਓ ਜੇ ਕੋਈ ਪੰਡਿਤ ਸੀਗਾ ਤਾਂ ਉਹਦਾ ਬੱਚਾ ਕੋਈ ਕੰਮ ਹੋਰ ਕਰਨ ਲੱਗ ਜਾਂਦਾ ਸੀ, ਉਹ ਯੁੱਧ ਦੇ ਵਿੱਚ ਭਾਗ ਲੈਣ ਲੱਗ ਜਾਂਦਾ ਸੀ, ਤਾਂ ਉਹ ਬਦਲ ਜਾਂਦੀ ਸੀ ਜਾਤੀ, ਤਾਂ ਉਹ ਬੱਚਾ ਖੱਤਰੀ ਬਣ ਜਾਂਦਾ ਸੀ। ਪਰ ਹੁਣ ਜਿਹੜੀ ਉਹ ਜਾਤੀ ਪ੍ਰਥਾ ਬਹੁਤ ਜ਼ਿਆਦਾ ਕਠੋਰ ਹੋ ਗਈ ਸੀ ਵੈਦਿਕ ਕਾਲ ਨਾਲੋਂ। ਹੁਣ ਜਿਹੜੀ ਜਾਤੀ ਆ ਉਹ ਜਨਮ 'ਤੇ ਆਧਾਰਿਤ ਹੋ ਗਈ ਸੀ, ਜਿਸ ਕੁਲ ਦੇ ਵਿੱਚ ਬੱਚਾ ਜਨਮ ਲੈਂਦਾ ਸੀ ਉਹਦੀ ਉਹੀ ਜਾਤੀ ਰਹਿੰਦੀ ਸੀਗੀ। ਜਿਹੜੇ ਸ਼ੂਦਰ ਸੀਗੇ ਸਭ ਤੋਂ ਮਤਲਬ ਕਿ ਇਹਨਾਂ ਨੂੰ ਸਭ ਤੋਂ ਘਟੀਆ ਸਮਝਿਆ ਜਾਂਦਾ ਸੀਗਾ, ਕਿਉਂਕਿ ਸੇਵਾ ਕਰਦੇ ਸੀਗੇ ਰਾਜੇ ਦੀ, ਬਾਕੀ ਸਾਰੀਆਂ ਤਿੰਨੋਂ ਜਾਤਾਂ ਦੀ ਸੇਵਾ ਕਰਦੇ ਸੀ, ਤਾਂ ਉਹਨਾਂ ਨੂੰ ਘਟੀਆ ਸਮਝਿਆ ਜਾਂਦਾ ਸੀ। ਉਹਦੀ ਦਸ਼ਾ ਜਿਹੜੀ ਬਹੁਤ ਜ਼ਿਆਦਾ ਖਰਾਬ ਹੋ ਗਈ ਸੀ, ਉਹਨਾਂ ਦਾ ਸਮਾਜਿਕ ਦਰਜਾ ਜਿਹੜਾ ਉਹ ਬਹੁਤ ਗਿਰ ਗਿਆ ਸੀ। ਜਿਹੜੇ ਉਸ ਸਮੇਂ ਦੇ ਧਾਰਮਿਕ ਆਗੂ ਸੀਗੇ ਮਹਾਤਮਾ ਬੁੱਧ, ਉਹਨਾਂ ਨੇ ਜਾਤੀ ਪ੍ਰਥਾ ਦਾ ਬਹੁਤ ਜ਼ਿਆਦਾ ਵਿਰੋਧ ਵੀ ਕੀਤਾ ਸੀਗਾ। ਬਹੁਤ ਸਾਰੇ ਲੋਕ ਨੇ ਜਿਹੜੇ ਉਹ ਪਿੰਡਾਂ ਸ਼ਹਿਰਾਂ ਵਿੱਚ ਰਹਿੰਦੇ ਸੀ, ਉਹਨਾਂ ਦੁਆਰਾ ਸ਼ਾਕਾਹਾਰੀ ਤੇ ਮਾਸਾਹਾਰੀ, ਜਿਵੇਂ ਅਸੀਂ ਅੱਜ ਕੱਲ੍ਹ ਖਾਂਦੇ ਹਾਂ, ਇਹ ਦੋਨੋਂ ਤਰ੍ਹਾਂ ਦਾ ਭੋਜਨ ਖਾਧਾ ਜਾਂਦਾ ਸੀ। ਹਰੇਕ ਵਿਅਕਤੀ ਤੋਂ ਆਸ ਕੀਤੀ ਜਾਂਦੀ ਸੀਗੀ ਵੀ ਉਹਦਾ ਜੀਵਨ ਆ ਜਿਹੜਾ ਮੁੱਢਲੀਆਂ ਕਦਰਾਂ ਕੀਮਤਾਂ ਦਾ ਪਾਲਣ ਕਰੇ। ਹਾਂਜੀ ਬੇਟਾ, ਨੈਕਸਟ ਹੈਗਾ ਆਰਥਿਕ ਜੀਵਨ। ਉਸ ਸਮੇਂ ਦਾ ਆਰਥਿਕ ਜੀਵਨ ਜਿਹੜਾ ਉਹ ਕਿਸ ਤਰ੍ਹਾਂ ਦਾ ਸੀਗਾ। ਇਸ ਕਾਲ ਵਿੱਚ ਆ ਜਿਹੜਾ ਉਹ ਸਭ ਤੋਂ ਜ਼ਿਆਦਾ ਲੋਕ ਨੇ ਜਿਹੜੇ ਉਹ ਖੇਤੀਬਾੜੀ ਤੇ ਪਸ਼ੂ ਪਾਲਣ ਦਾ ਕੰਮ ਕਰਦੇ ਸੀਗੇ। ਆਮ ਤੌਰ 'ਤੇ ਕਿਸਾਨ ਨੇ ਜਿਹੜੇ ਉਹ ਜ਼ਮੀਨ ਦੇ ਮਾਲਕ ਹੁੰਦੇ ਸੀ, ਪਰ ਜਿਹੜੇ ਕਿਸਾਨ ਕੋਲੇ ਆਪਣੀ ਜ਼ਮੀਨ ਨਹੀਂ ਹੁੰਦੀ ਸੀ ਉਹ ਦੂਜਿਆਂ ਦੇ ਖੇਤਾਂ ਵਿੱਚ ਖੇਤੀ ਕਰਦੇ ਸੀ। ਜਿਵੇਂ ਅੱਜ ਕੱਲ੍ਹ ਆਪਾਂ ਦੇਖਦੇ ਹਾਂ ਵੀ ਬਹੁਤ ਸਾਰੇ ਮਜ਼ਦੂਰ ਖੇਤੀ ਕਰਦੇ ਨੇ, ਸੇਮ ਉਵੇਂ ਜਿਨ੍ਹਾਂ ਕੋਲੇ ਆਪਣੀ ਖੇਤੀ ਨਹੀਂ ਸੀਗੀ ਉਹ ਦੂਜਿਆਂ ਦੇ ਖੇਤਾਂ ਵਿੱਚ ਕੰਮ ਕਰਦੇ ਸੀਗੇ। ਖੇਤਾਂ ਵਿੱਚ ਕਈ ਤਰ੍ਹਾਂ ਦੇ ਅਨਾਜ ਉਗਾਏ ਜਾਂਦੇ ਸੀ, ਜਿਵੇਂ ਅੱਜ ਕੱਲ੍ਹ ਅਸੀਂ ਉਗਾਉਂਦੇ ਹਾਂ ਕਣਕ, ਚਾਵਲ, ਮੱਕੀ, ਬਾਜਰਾ, ਜਵਾਰ, ਠੀਕ ਹੈ। ਇਸ ਤੋਂ ਇਲਾਵਾ ਗੰਨਾ, ਤੇਲ, ਸਰੋਂ, ਦਾਲਾਂ ਤੇ ਕਈ ਤਰ੍ਹਾਂ ਦੇ ਫਲ ਤੇ ਸਬਜ਼ੀਆਂ ਵੀ ਉਗਾਈਆਂ ਜਾਂਦੀਆਂ ਸੀਗੀਆਂ, ਠੀਕ ਹੈ। ਹੋਰ ਵੀ ਕਿੱਤੇ ਸੀ ਰਾਜੇ, ਸ਼ਿਲਪ ਸੀ, ਵਪਾਰ ਕੀਤਾ ਜਾਂਦਾ ਸੀਗਾ, ਲੱਕੜੀ ਦਾ ਕੰਮ ਕਰਦੇ ਸੀ ਲੋਕ, ਮਿੱਟੀ ਦੇ ਭਾਂਡੇ ਬਣਾਉਂਦੇ ਸੀ, ਚਮੜੇ ਦਾ ਕੰਮ ਕਰਦੇ ਸੀ, ਕਤਾਈ ਬੁਣਾਈ ਆਦਿ ਕੀਤੀ ਜਾਂਦੀ ਸੀਗੀ, ਠੀਕ ਹੈ। ਬਹੁਤ ਤਰ੍ਹਾਂ ਦੇ ਕਿੱਤੇ ਨੇ ਜਿਹੜੇ ਉਦੋਂ ਵੀ ਇਹ ਪ੍ਰਚਲਿਤ ਸੀ। ਕੁਝ ਲੋਕ ਸ਼ਿਕਾਰ ਖੇਡਦੇ ਸੀ, ਮੱਛੀ ਫੜਦੇ ਸੀ, ਨਾਚ ਗਾਣਾ ਹੁੰਦਾ ਸੀ, ਨਾਟਕ ਅਤੇ ਛਪੇਰੇ ਕੰਮ ਦੁਆਰਾ ਵੀ ਆਪਣਾ ਜੀਵਨ ਜਿਹੜਾ ਲੋਕ ਨਿਰਵਾਹ ਕਰਦੇ ਸੀਗੇ। ਇੱਕ ਹੀ ਵਪਾਰ ਵਿੱਚ ਲੱਗੇ ਲੋਕ ਆਪਣੇ ਗੁੱਟ ਬਣਾਉਂਦੇ ਸੀਗੇ। ਨੈਕਸਟ ਹੈਗਾ ਸਾਡੇ ਕੋਲੇ ਵਪਾਰ। ਵਪਾਰੀ ਲੋਕ ਜਿਹੜੇ ਆਪਣਾ ਇੱਕ ਗੁੱਟ ਬਣਾ ਲੈਂਦੇ ਸੀ, ਜਿਨ੍ਹਾਂ ਨੂੰ ਸ਼੍ਰੇਣੀ ਕਿਹਾ ਜਾਂਦਾ ਸੀਗਾ। ਹਰ ਸ਼੍ਰੇਣੀ ਦਾ ਆਪਣਾ ਮੁਖੀਆ ਹੁੰਦਾ ਸੀ। ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਵਿਦੇਸ਼ਾਂ ਨਾਲ ਉਸ ਟਾਈਮ ਦਾ ਜਿਹੜਾ ਵਪਾਰ ਹੈ ਆਪਣੇ ਦੇਸ਼ ਵਿੱਚ ਤਾਂ ਕੀਤਾ ਹੀ ਜਾਂਦਾ ਸੀ, ਨਾਲ ਨਾਲ ਵਿਦੇਸ਼ਾਂ ਦੇ ਵਿੱਚ ਵੀ ਵਪਾਰ ਕੀਤਾ ਜਾਂਦਾ ਸੀਗਾ। ਸਾਰੇ ਦੇਸ਼ਾਂ ਵਿੱਚ ਸੜਕਾਂ ਦਾ ਜਾਲ ਵਿਛਿਆ ਹੋਇਆ ਸੀਗਾ, ਕਈ ਰਸਤੇ ਬੰਦਰਗਾਹਾਂ ਤੱਕ ਜਾਂਦੇ ਸੀਗੇ, ਹੋਰ ਕਈ ਰਸਤੇ ਵਿਦੇਸ਼ੀ ਮਾਰਗਾਂ ਨਾਲ ਜੁੜੇ ਹੋਏ ਸੀਗੇ। ਸਮੁੰਦਰਾਂ ਤੇ ਨਦੀਆਂ ਵਿੱਚ ਮਾਲ ਜਹਾਜ਼ਾਂ ਅਤੇ ਕਿਸ਼ਤੀਆਂ ਰਾਹੀਂ ਵੀ ਲਿਜਾਇਆ ਜਾਂਦਾ ਸੀ। ਵਪਾਰੀਆਂ ਦੇ ਗੁੱਟ, ਜਿਨ੍ਹਾਂ ਨੂੰ ਸਾਰਥਵਾਹ ਕਹਿੰਦੇ ਸਨ, ਵਸਤੂਆਂ ਨੂੰ ਵਪਾਰ ਲਈ ਇੱਕ ਥਾਂ ਤੋਂ ਦੂਜੀ ਥਾਂ 'ਤੇ ਲੈ ਕੇ ਜਾਂਦੇ ਸੀ। ਭਾਰਤੀ ਵਸਤੂਆਂ ਦੀ ਵਿਦੇਸ਼ਾਂ ਵਿੱਚ ਬਹੁਤ ਜ਼ਿਆਦਾ ਮੰਗ ਹੁੰਦੀ ਸੀ। ਵਸਤੂਆਂ ਦੀ ਖਰੀਦ ਵੇਚ ਲਈ ਤਾਂਬੇ ਅਤੇ ਚਾਂਦੀ ਦੇ ਸਿੱਕੇ ਵਰਤੇ ਜਾਂਦੇ ਸੀ। ਇਹ ਸਿੱਕੇ ਇੱਕ ਨਿਸ਼ਚਿਤ ਵਜ਼ਨ ਦੇ ਅਨੁਸਾਰ ਬਣਾਏ ਜਾਂਦੇ ਸੀਗੇ, ਪਰੰਤੂ ਇਹਨਾਂ ਦਾ ਕੋਈ ਇੱਕ ਆਕਾਰ ਨਹੀਂ ਹੁੰਦਾ ਸੀ, ਅਲੱਗ-ਅਲੱਗ ਆਕਾਰ ਦੇ ਹੁੰਦੇ ਸੀ। ਇਹਨਾਂ ਉੱਤੇ ਭਾਂਤ-ਭਾਂਤ ਦੀਆਂ ਸ਼ਕਲਾਂ ਦੇ ਠੱਪੇ ਲਾਏ ਜਾਂਦੇ ਸਨ। ਇਹਨਾਂ ਨੂੰ ਆਹਤ ਜਾਂ ਠੱਪੇਕਾਰ ਸਿੱਕਿਆਂ ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਜਿਵੇਂ ਅੱਜ ਕੱਲ੍ਹ ਅਸੀਂ ਰੁਪਏ ਵਰਤਦੇ ਹਾਂ, ਸਿੱਕੇ ਵਰਤਦੇ ਹਾਂ, ਉਹਨਾਂ ਨੂੰ ਆਹਤ ਜਾਂ ਠੱਪੇਕਾਰ ਸਿੱਕੇ ਕਹਿੰਦੇ ਸੀਗੇ। ਨੈਕਸਟ ਹੈਗਾ ਸਾਡੇ ਕੋਲੇ ਕਰ ਜਾਂ ਟੈਕਸ। ਜਿਹੜੇ ਲੋਕ ਸੀ ਉਹ ਰਾਜੇ ਨੂੰ ਕਰ ਦਿੰਦੇ ਸੀ, ਟੈਕਸ ਦਿੰਦੇ ਸੀ। ਆਮ ਤੌਰ 'ਤੇ ਫਸਲਾਂ ਦਾ ਜਿਹੜਾ ਸੇਵਾ ਹਿੱਸਾ ਹੈਗਾ ਉਹ ਕਿਸਾਨਾਂ ਤੋਂ ਕਰ ਦੇ ਰੂਪ ਵਿੱਚ ਲਿਆ ਜਾਂਦਾ ਸੀਗਾ। ਕਾਰਖਾਨਿਆਂ ਵਿੱਚ ਬਣੇ ਮਾਲ ਅਤੇ ਵਪਾਰ ਉੱਤੇ ਕਰ
ਵਸਤੂਆਂ ਦੇ ਮੁੱਲ ਅਨੁਸਾਰ ਲਾਇਆ ਜਾਂਦਾ ਸੀ। ਮਤਲਬ ਕਿ ਜਿੰਨੀ ਕੋਈ ਚੀਜ਼ ਹੈ, ਜਿੰਨਾ ਉਹਦਾ ਰੇਟ ਆ, ਉਹਦੇ ਅਕੋਰਡਿੰਗ ਉਸ ਚੀਜ਼ ਤੇ ਟੈਕਸ ਲਗਾਇਆ ਜਾਂਦਾ ਸੀ। ਹਾਂਜੀ ਬੇਟਾ, ਹੁਣ ਅਸੀਂ ਮਤਲਬ ਕਿ ਇਸ ਸਮੇਂ ਦੇ ਸਮਾਜਿਕ, ਆਰਥਿਕ, ਰਾਜਨੀਤਿਕ ਜੀਵਨ ਬਾਰੇ ਪੜ੍ਹ ਚੁੱਕੇ ਹਾਂ। ਇਹਦਾ ਇੱਕ ਭਾਗ ਹੋਰ ਹੈ ਬੇਟਾ, ਜਿਹਦੇ ਵਿੱਚ ਅਸੀਂ ਉਸ ਸਮੇਂ ਦੇ ਧਾਰਮਿਕ ਜੀਵਨ ਬਾਰੇ ਪੜ੍ਹਾਂਗੇ। ਸੈਕਿੰਡ ਪਾਰਟ ਦੇ ਵਿੱਚ ਉਸ ਸਮੇਂ ਜਿਹੜੇ ਧਰਮ ਨੇ, ਬੁੱਧ ਧਰਮ ਤੇ ਜੈਨ ਧਰਮ ਸੀ, ਉਹ ਅਸੀਂ ਨੈਕਸਟ ਪਾਰਟ ਦੇ ਵਿੱਚ ਪੜ੍ਹਾਂਗੇ। ਇੰਨਾ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਉਮੀਦ ਕਰਦੀ ਹਾਂ ਵੀ ਸਾਰੇ ਬੱਚੇ ਧਿਆਨ ਨਾਲ ਸੁਣੋਗੇ ਤੇ ਨਾਲ ਹੀ ਆਪਣਾ ਪਾਠ ਪੜ੍ਹੋਗੇ ਤੇ ਯਾਦ ਕਰੋਗੇ। ਧੰਨਵਾਦ।